अजकल सोशल मीडिया ਤੇ ਇੱਕ ਬਹੁਤ ਵੱਡੀ ਡਿਬੇਟ ਚੱਲ ਰਹੀ ਹੈ ਐਮਐਲਏ ਦੀ ਪੈਨਸ਼ਨ ਬਾਰੇ। ਕਈ ਕੁਐਸਚਨ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਕਿ ਉਸ ਬਾਰੇ ਕਾਨੂੰਨੀ ਪੱਖ ਦੱਸ ਪਾਵਾਂ। 1977 ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਨੂੰ ਕਿਹਾ ਜਾਂਦਾ ਦੀ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀ ਰੈਗੂਲੇਸ਼ਨ ਐਕਟ 1977। ਸੋ ਇਹ ਕਾਨੂੰਨ 1977 ਵਿੱਚ ਬਣਿਆ ਸੀ। ਪਰ मैं इस कानून बारे जो लेटेस्ट लास्ट अमेंडमेंट है मतलब भाव इस कानून दे विच जो अमेंडमेंट 2016 में हुई उस तो बाद का जो ये कानून है उस बारे तुहाडे नाल अपने विचार साझे करांगा। इस कानून तहत 4 फैसिलिटीज़ MLAs नूं दित्तियां गईयां: पेंशन, फैमिली पेंशन, मैडिकल फैसिलिटी एंड एक्स ग्रेशिया। सब नाल पहले आपां गल करदे हां पेंशन बारे। पेंशन ਜਦੋਂ ਇੱਕ ਐਮਐਲਏ ਆਪਣੀ ਪਹਿਲੀ ਟੈਨਿਓਰ ਖਤਮ ਕਰ ਲੈਂਦਾ ਹੈ, ਜੇ ਉਹ ਅਗਲੀ ਟੈਨਿਓਰ 'ਚ ਹਾਰ ਜਾਂਦਾ ਜਾਂ ਉਹ ਰੀਇਲੈਕਟ ਨਹੀਂ ਹੁੰਦਾ, ਭਾਵ ਉਹ ਇਲੈਕਸ਼ਨ ਲੜਦਾ ਹੀ ਨਹੀਂ, ਤਾਂ ਉਸ ਦੇ ਲਈ 15,000 ਰੁਪਏ ਪਲੱਸ ਟੀਅਰਨੈਸ ਅਲਾਊਂਸ ਜੋ ਕਿ ਇੱਕ ਸਰਕਾਰੀ ਕਰਮਚਾਰੀ ਨੂੰ ਮਿਲਦਾ ਹੈ, ਉਸ ਦੀ ਲਈ ਉਹ ਪੈਨਸ਼ਨ ਲਈ ਐਲੀਜੀਬਲ ਹੈ। ਜੇ ਉਹ ਦੁਬਾਰਾ ਰੀਇਲੈਕਟ ਹੋ ਜਾਂਦਾ ਹੈ ਦੂਜੀ ਟਰਮ ਤੀਜੀ ਟਰਮ ਲਈ ਵੀ, ਤਾਂ ਉਹ ਪੈਨਸ਼ਨ ਲਈ ਇੰਟਾਈਟਲ ਨਹੀਂ ਹੈਗਾ ਜਦੋਂ ਤੱਕ ਉਹ ਆਪਣਾ ਰਸਤਾ ਵਿਧਾਨ ਸਭਾ 'ਚ ਬੰਦ ਨਹੀਂ ਕਰਦਾ, ਜਿਵੇਂ ਕਿ ਰੀਇਲੈਕਸ਼ਨ ਨਹੀਂ ਹੁੰਦਾ ਜਾਂ ਇਲੈਕਸ਼ਨ ਅਗਲੇ ਦੇ ਵਿੱਚ ਉਹ ਹਾਰ ਜਾਂਦਾ। ਹੁਣ ਜੇ ਉਹ ਸਬਸੀਕੁਐਂਟ ਟਰਮਸ ਦੇ ਵਿੱਚ ਵੀ ਰੀਇਲੈਕਟ ਹੋ ਜਾਂਦਾ ਹੈ ਤਾਂ ਉਹ ਸਬਸੀਕੁਐਂਟ ਟਰਮਸ ਦੇ ਵਿੱਚ ਐਡੀਸ਼ਨਲ ਅਮਾਊਂਟ ਆਫ 10,000 ਰੁਪਇਆ ਉਹਨੂੰ ਪਲੱਸ ਡੀਏ ਮਿਲੇਗਾ। ਫਿਰ ਜੇ ਅਗਲੀ ਟਰਮ ਵਾਸਤੇ ਫਿਰ ਇਲੈਕਟ ਹੋ ਜਾਂਦਾ ਤਾਂ ਉਸ ਨੂੰ 10,000 ਪਲੱਸ ਡੀਏ ਮਿਲੇਗਾ। ਮੈਂ ਤੁਹਾਡੇ ਨਾਲ ਇੱਕ ਉਦਾਹਰਨ ਦੇ ਤੌਰ 'ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਇੱਕ ਐਮਐਲਏ ਗੱਬਰ ਸਿੰਘ ਹੈ, ਉਹ ਪਹਿਲਾਂ ਇੱਕ ਇਲੈਕਸ਼ਨ ਜਿੱਤ ਜਾਂਦਾ ਹੈ ਔਰ ਐਮਐਲਏ ਬਣ ਜਾਂਦਾ ਹੈ। ਉਹ 5 ਸਾਲ ਬਾਅਦ ਦੁਬਾਰਾ ਇਲੈਕਸ਼ਨ ਲੜਦਾ, ਫਿਰ ਇਲੈਕਸ਼ਨ ਜਿੱਤ ਜਾਂਦਾ ਔਰ ਐਮਐਲਏ ਬਣ ਜਾਂਦਾ। ਤੀਜੀ ਟਰਮ 'ਚ ਫਿਰ ਉਹ ਐਮਐਲਏ ਬਣ ਜਾਂਦਾ। ਤਾਂ ਹੁਣ ਜਿੰਨਾ ਚਿਰ ਉਹ ਤੀਜੀ ਕੰਟੀਨਿਊਸਲੀ ਪਹਿਲੀ ਦੂਜੀ ਤੀਜੀ ਟਰਮ ਵਾਸਤੇ ਐਮਐਲਏ ਬਣ ਗਿਆ ਤਾਂ ਉਹਨੂੰ ਪੈਨਸ਼ਨ ਨਹੀਂ ਮਿਲੇਗੀ। ਹਾਂ, ਤੀਜੀ ਟਰਮ ਖਤਮ ਹੋਣ ਤੋਂ ਬਾਅਦ ਉਹਨੂੰ ਪੈਨਸ਼ਨ ਮਿਲੇਗੀ। ਹੁਣ ਉਹ ਪੈਨਸ਼ਨ ਕਿਵੇਂ ਮਿਲੇਗੀ? ਪਹਿਲੀ ਟਰਮ ਵਾਸਤੇ 15,000 ਪਲੱਸ ਡੀਏ, ਦੂਜੀ ਟਰਮ ਵਾਸਤੇ 10,000 ਪਲੱਸ ਡੀਏ, ਤੀਜੀ ਟਰਮ ਵਾਸਤੇ 10,000 ਪਲੱਸ ਡੀਏ। ਸੋ ਇਹ 3 ਟਰਮਸ ਦਾ ਟੋਟਲ ਅਮਾਊਂਟ, ਜਿਵੇਂ ਕਿ ਆਪਾਂ ਟੋਟਲ ਅਮਾਊਂਟ ਇਨ ਨਟਸ਼ਲ ਨਾਟ ਇਨ ਰਿਐਲਿਟੀ ਬਟ ਆਪਾਂ ਸਮਝਣ ਲਈ ਕਰ ਲਈਏ, 15,000 ਪਲੱਸ 10,000 ਪਲੱਸ 10,000 35,000 ਹੋ ਗਿਆ, ਪਲੱਸ ਜੋ ਡੀਏ ਇੱਕ ਸਰਕਾਰੀ ਕਰਮਚਾਰੀ ਨੂੰ ਮਿਲਦਾ ਉਹ ਨਾਲ ਮਿਲੇਗਾ। ਇਹ ਉਸ ਦੀ ਪੈਨਸ਼ਨ ਹੋਏਗੀ। ਹੁਣ ਇੱਕ ਹੋਰ ਬੜਾ ਵਧੀਆ ਪ੍ਰਾਵਧਾਨ ਕੀਤਾ ਗਿਆ ਇਸ ਕਾਨੂੰਨ ਦੇ ਵਿੱਚ ਕਿ ਜੇ ਉਹ ਐਮਐਲਏ ਜਦੋਂ ਪੈਨਸ਼ਨ ਲੈ ਰਿਹਾ ਉਹ 65 ਸਾਲ ਦਾ ਹੋ ਜਾਂਦਾ ਹੈ ਤਾਂ ਉਹਨੂੰ 5% ਆਪਣੀ ਬੇਸਿਕ ਪੈਨਸ਼ਨ ਦੇ ਉੱਪਰ ਇਨਕਰੀਜ਼ ਮਿਲੇਗੀ। ਜੇ ਉਹ 75 ਸਾਲ ਦਾ ਹੋ ਜਾਂਦਾ ਤਾਂ ਉਹਨੂੰ 10% ਇਨਕਰੀਜ਼ ਮਿਲੇਗੀ ਆਪਣੀ ਬੇਸਿਕ ਪੈਨਸ਼ਨ ਤੇ ਜੇ ਉਹ 80 ਸਾਲ ਦਾ ਹੋ ਜਾਂਦਾ ਤਾਂ ਉਸ ਨੂੰ 15% ਇਨਕਰੀਜ਼ ਮਿਲੇਗੀ ਆਪਣੀ ਬੇਸਿਕ ਪੈਨਸ਼ਨ ਤੇ। ਇੱਕ ਪਾਰਟ ਹੋ ਗਿਆ। ਹੁਣ ਅਗਲੀ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਇਹ ਹੈ ਕਿ ਸਪੋਜ਼ ਉਹ ਐਮਐਲਏ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਜਾਂਦਾ, ਉਹ ਐਮਐਲਏ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਬਣ ਜਾਂਦਾ, ਉਹ ਐਮਐਲਏ ਗਵਰਨਰ ਆਫ ਇੰਡੀਆ ਬਣ ਜਾਂਦਾ, ਜਾਂ ਕੋਈ ਹੋਰ ਗੇਨਫੁਲ ਰਿਮੂਨਰੇਸ਼ਨ ਜਾਂ ਇੰਪਲੋਇਮੈਂਟ ਵਿੱਚ ਇਨਵੋਲਵ ਹੋ ਜਾਂਦਾ, ਤਾਂ ਉਸ ਟਾਈਮ ਤੇ ਉਹਨੂੰ ਪੈਨਸ਼ਨ ਨਹੀਂ ਮਿਲੇਗੀ। ਪਰ ਇੱਥੇ ਇੱਕ ਚੀਜ਼ ਬੜੀ ਕਲੀਅਰ ਸਮਝਣ ਵਾਲੀ ਹੈ ਕਿ ਉਸ ਤੇ ਇਸ ਗੇਨਫੁਲ ਇੰਪਲੋਇਮੈਂਟ ਜਾਂ ਅਦਰ ਐਵਨਿਊਜ਼ ਦੇ ਵਿੱਚ ਜਾਣ ਨਾਲ ਜਿੱਥੇ ਕਿ ਉਹਨੂੰ ਤਨਖਾਹ ਮਿਲ ਰਹੀ ਹੈ ਉਸ ਦੀ ਪੈਨਸ਼ਨ ਪਰਮਾਨੈਂਟਲੀ ਬੰਦ ਨਹੀਂ ਹੋਏਗੀ। ਉਹ ਪੈਨਸ਼ਨ ਜਿਸ ਦਿਨ ਉਹ ਗੇਨਫੁਲ ਇੰਪਲੋਇਮੈਂਟ ਖਤਮ ਹੋ ਜਾਏਗੀ ਪੈਨਸ਼ਨ ਰਿਸਟੋਰ ਹੋ ਜਾਏਗੀ। ਇੱਕ ਪਾਰਟ। ਦੂਸਰਾ ਪਾਰਟ ਔਰ ਬਹੁਤ ਹੀ ਇੰਟਰਸਟਿੰਗ ਉਹ ਇਹ ਹੈ ਕਿ ਸਪੋਜ਼ ਉਹ ਗੇਨਫੁਲ ਇੰਪਲੋਇਮੈਂਟ ਚਲਾ ਗਿਆ, ਪੈਨਸ਼ਨ ਮਿਲ ਰਹੀ ਹੈ ਉਹਨੂੰ 60,000 ਰੁਪਇਆ, ਉਹਨੂੰ ਇੰਪਲੋਇਮੈਂਟ ਦੀ ਤਨਖਾਹ ਮਿਲ ਰਹੀ ਹੈ 40,000 ਰੁਪਇਆ, ਤਾਂ ਉਹ 20,000 ਰੁਪਇਆ ਜਿਹੜਾ ਪੈਨਸ਼ਨ ਔਰ ਇੰਪਲੋਇਮੈਂਟ ਦੀ ਤਨਖਾਹ ਹੈ ਜਿਹੜੀ ਉਸ ਦੇ ਵਿੱਚ 20,000 ਰੁਪਏ ਦਾ ਫਰਕ ਹੈ, ਤਾਂ ਉਹ 20,000 ਰੁਪਏ ਲਈ ਵੀ ਇੰਟਾਈਟਲ ਹੋਏਗਾ। ਤੇ ਜਿਸ ਦਿਨ ਉਹ ਗੇਨਫੁਲ ਇੰਪਲੋਇਮੈਂਟ ਖਤਮ ਹੋ ਗਈ ਉਸ ਦੀ ਪੈਨਸ਼ਨ ਪੂਰੀ ਰਿਸਟੋਰ ਹੋ ਜਾਏਗੀ। ਹੁਣ ਅਗਲੀ ਗੱਲ ਫੈਮਿਲੀ ਪੈਨਸ਼ਨ ਦੀ ਆ ਗਈ। ਜਿਸ ਦਿਨ ਇੱਕ ਐਮਐਲਏ ਆਪਣੀ ਡਿਊਰਿੰਗ ਟੈਨਿਓਰ ਜਾਂ ਟੈਨਿਓਰ ਖਤਮ ਹੋਣ ਤੋਂ ਬਾਅਦ ਪੈਨਸ਼ਨ ਲੈਂਦੇ ਹੋਏ ਡੈਥ ਹੋ ਗਈ ਤਾਂ ਉਸ ਦੀ ਫੈਮਿਲੀ ਮੈਂਬਰਸ ਨੂੰ ਪੈਨਸ਼ਨ ਮਿਲੇਗੀ ਜਿਹੜੀ ਕਿ 50% ਆਫ ਹਿਸ ਐਂਟਾਈਟਲਮੈਂਟ ਹੋਏਗੀ। ਹਾਊਐਵਰ ਇੱਕ ਪ੍ਰੋਵੀਜ਼ਨ ਬਣਾ ਦਿੱਤੀ ਇਹਨਾਂ ਨੇ ਕਿ 23 ਅਪ੍ਰੈਲ 2003 ਜਾਂ ਉਸ ਤੋਂ ਪਹਿਲੇ ਜੇ ਡੈਥ ਹੋ ਜਾਂਦੀ ਹੈ
ਤਾਂ ਉਸ ਦੀ ਹਸਬੈਂਡ ਜਾਂ ਵਾਈਫ ਜੋ ਵੀ ਐਮਐਲਏ ਹੈ ਉਸ ਦੀ, ਜੇ ਵਾਈਫ ਐਮਐਲਏ ਹੈ ਤਾਂ ਹਸਬੈਂਡ, ਜੇ ਹਸਬੈਂਡ ਐਮਐਲਏ ਹੈ ਤਾਂ ਵਾਈਫ ਨੂੰ 2500 ਰੁਪਇਆ ਪਰ ਮਹੀਨਾ ਫੈਮਿਲੀ ਪੈਨਸ਼ਨ ਦਿੱਤੀ ਹੀ ਜਾਏਗੀ। ਹੁਣ ਇਸ ਦੇ ਵਿੱਚ ਪੁਆਇੰਟ ਇਹ ਹੈ ਕਿ ਉਹ ਮੈਂਬਰਸ ਆਫ ਫੈਮਿਲੀ ਕੌਣ ਹੈ, ਉਹ ਫੈਮਿਲੀ ਕਿਹੜੀ ਹੈ ਜਿਹੜੀ ਫੈਮਿਲੀ ਪੈਨਸ਼ਨ ਲਈ ਇੰਟਾਈਟਲ ਹੈ। ਉਸ 'ਚ ਜੇ ਹਸਬੈਂਡ ਐਮਐਲਏ ਹੈ ਤਾਂ ਵਾਈਫ, ਵਾਈਫ ਐਮਐਲਏ ਹੈ ਤਾਂ ਹਸਬੈਂਡ, son, daughter, brother, sister, father, mother, they are all, ਇਹ ਸਾਰੇ ਜੀ ਉਸਦੇ ਫੈਮਿਲੀ ਮੈਂਬਰਸ ਕੰਸੀਡਰ ਹੋਣਗੇ ਜਦੋਂ ਫੈਮਿਲੀ ਪੈਨਸ਼ਨ ਦੀ ਗੱਲ ਹੋਏਗੀ। ਹੁਣ ਉਸ ਤੋਂ ਅਗਲੀ ਗੱਲ ਆ ਗਈ ਮੈਡੀਕਲ ਫੈਸਿਲਿਟੀ ਦੀ। ਤਾਂ ਮੈਡੀਕਲ ਫੈਸਿਲਿਟੀ ਬਾਰੇ ਇਸ ਕਾਨੂੰਨ ਵਿੱਚ ਇਹੀ ਲਿਖਿਆ ਹੋਇਆ ਕਿ ਐਮਐਲਏ ਔਰ ਉਸਦੀ ਫੈਮਿਲੀ ਮੈਡੀਕਲ ਟ੍ਰੀਟਮੈਂਟ ਲਈ ਇਸ ਕਾਨੂੰਨ ਤਹਿਤ ਇੰਟਾਈਟਲਡ ਹੈ। ਜਿਹੜੇ ਇਸ ਕਾਨੂੰਨ ਤਹਿਤ ਰੂਲ ਬਣਾਏ ਗਏ ਨੇ ਉਸ ਦੇ ਮੁਤਾਬਕ ਇਹ ਹੈ ਕਿ ਜਦੋਂ ਉਹ ਟ੍ਰੀਟਮੈਂਟ ਲੈ ਲੈਣਗੇ ਤਾਂ ਉਹ ਆਪਣੀ ਟ੍ਰੀਟਮੈਂਟ ਦਾ ਪ੍ਰੂਫ ਦੇਣ ਤੋਂ ਬਾਅਦ ਮੈਡੀਕਲ ਰੀਇੰਬਰਸਮੈਂਟ ਕਲੇਮ ਕਰ ਸਕਦੇ ਨੇ। ਹੁਣ ਚੌਥਾ ਬੈਨੀਫਿਟ ਕੀ ਹੈ, ਐਕਸ ਗ੍ਰੇਸ਼ੀਆ। ਐਕਸ ਗ੍ਰੇਸ਼ੀਆ ਦੇ ਵਿੱਚ ਕੀ ਹੈ, ਜੇ ਇੱਕ ਐਮਐਲਏ ਆਪਣੀ ਟੈਨਿਓਰ ਦੇ ਟਾਈਮ ਤੇ ਉਸਦੀ ਨੈਚੁਰਲ ਡੈਥ ਹੋ ਜਾਂਦੀ ਹੈ ਤਾਂ ਉਸ ਦੀ ਫੈਮਿਲੀ ਨੂੰ 5 ਲੱਖ ਰੁਪਇਆ ਦਿੱਤਾ ਜਾਏਗਾ। ਜੇ ਉਸਦੀ ਟੈਨਿਓਰ ਦੇ ਟਾਈਮ ਟੈਰਰਿਸਟ ਐਕਟ ਦੇ ਨਾਲ ਡੈਥ ਹੋ ਜਾਂਦੀ ਹੈ ਤਾਂ 3 ਲੱਖ ਰੁਪਇਆ ਉਸਦੀ ਫੈਮਿਲੀ ਨੂੰ ਦਿੱਤਾ ਜਾਏਗਾ। ਔਰ ਜੇ ਉਹ ਐਜ਼ ਏ ਪੈਨਸ਼ਨਰ ਟੈਰਰਿਸਟ ਐਕਟ ਨਾਲ ਡੈਥ ਹੋ ਜਾਂਦੀ ਹੈ ਤਾਂ ਉਸਦੀ ਫੈਮਿਲੀ ਨੂੰ 5 ਲੱਖ ਰੁਪਇਆ ਦਿੱਤਾ ਜਾਏਗਾ। ਹੁਣ ਇੱਥੇ ਫੈਮਿਲੀ ਕਿਹੜੀ ਹੈ, ਇੱਥੇ ਹਸਬੈਂਡ ਐਂਡ ਵਾਈਫ, ਵਾਈਸੀ ਵਰਸਾ, ਮਤਲਬ ਹਸਬੈਂਡ ਜੇ ਐਮਐਲਏ ਹੈ ਤਾਂ ਵਾਈਫ ਨੂੰ, ਜੇ ਵਾਈਫ ਐਮਐਲਏ ਹੈ ਤਾਂ ਹਸਬੈਂਡ ਨੂੰ। ਔਰ ਦੂਸਰਾ ਸਨ ਐਂਡ ਡਾਟਰ ਓਨਲੀ। ਪਰ ਉੱਥੇ ਕੰਡੀਸ਼ਨ ਕੀ ਹੈ, ਉਹ ਅਨਇੰਪਲੋਇਡ ਹੋਣ, ਉਹ ਡਿਪੈਂਡੈਂਟ ਹੋਣ ਉਸ ਐਮਐਲਏ ਦੇ ਉੱਪਰ, ਔਰ ਉਹ ਕਿਤੇ ਵੀ ਗੇਨਫੁਲੀ ਇੰਪਲੋਇਡ ਨਾ ਹੋਣ। ਜੇ ਇਹ ਚੀਜ਼ਾਂ ਪ੍ਰੂਵ ਹੋਣਗੀਆਂ ਓਨਲੀ ਦੈਨ ਦੇ ਆਰ ਇੰਟਾਈਟਲ ਫॉर ਐਕਸ ਗ੍ਰੇਸ਼ੀਆ। ਸੋ ਇਹ ਨੇ 4 ਬੈਨੀਫਿਟ ਇਸ ਕਾਨੂੰਨ ਤਹਿਤ ਜੋ ਕਿ ਇੱਕ ਐਮਐਲਏ ਜਾਂ ਉਸਦੀ ਫੈਮਿਲੀ ਨੂੰ ਮਿਲਦੇ ਹਨ। ਸ਼ੁਕਰੀਆ, ਧੰਨਵਾਦ।